ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋ ਕਾਲੰ ਪਰਨਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਆਪੰਗੰ ਬੇਭੂਤੇ। बास कीओ बख्यान सो बैठ कै, ऐसे ही ऐसे सो बैस बतायो। साच कहूँ सुन लियो सवै, जिन प्रेम कियो तिन्हि प्रभ पायो। साज कहूँ सुन लियो सवै, जिन प्रेम कियो तिन्हि प्रभ पायो। जुगो जुग अटल चवर छत्र तखत दे मालक, दसां पातशाहियां जी दी जोत। हाजर नाजर श्री गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठी गुरु प्यारी। गुरु सवारी गुरु की साजी साज के निवाजी, गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलों दे नाल मन विरतियां कागर करके जुड़ करके बहन दी कृपालता करिए। समय और स्वासां नूं सफला करिए। सतगुरां दियां खुशियां प्राप्त करना करिए। चल रही लड़ीवार शब्द विचार कथा गुरबाणी सरवण करना करिए। आप संगत ने जो हुण तक लड़ीवार शब्द विचार कथा गुरबाणी सरवण करना कीती है, वो विचार इथों तक सी कि जिस वेले सतगुरु गुरु गोबिंद सिंह महाराज कलगीधर गुरु साहिब जी इधर सतगुरु जी तापती नदी के किनारे सतगुरु जी पहुंचे ने। इथे गुरु गोबिंद सिंह महाराज दसम पातशाह सतगुरु जी ने बेअंत बख्शिशां रहमतां कीतियां ने, कौतक रचना कीते ने। इदां दे कौतक रचे कि सतगुरु जी की कृपा रहमत वरती है। इत्थे काफी सिख संगतां दे उत्ते गुरु साहिब जी ने बख्शिश रहमत वरताई है। ते इत्थे ही गुरु गोबिंद सिंह महाराज दसम पातशाह सतगुरु जी नूं एक साधु मिलन वास्ते आया, जिस दे मन दे विच प्यास जागी, उमंड जागी है कि सतगुरु जी नूं मिलीए, दर्शन करिए। क्योंकि कोई पता नहीं बुरहानपुर नगर दे विच इत्थे साधु सतगुरु जी नूं मिलण वास्ते आया। ते सतगुरु गुरु गोबिंद सिंह महाराज दे सन्मुख जदों आया ते चाहत लैके मना सतगुरु दे दर्शनां दी दारी प्राप्त कर लईए। कोई पता नहीं कदों शरीर दे विचों जीवात्मा निकल जावे, कदों फानी संसार दे विचों जाना पै जे, कोई पता नहीं। इस करके सतगुरु गुरु गोबिंद सिंह महाराज दसम पातशाह सतगुरु जी उस अकाल पुरख परमात्मा दे वल्लों भेजे गए ने, दुनिया दे विच अवतार ने, जिन्हां दे दर्शन करके बेअंत बख्शिशां रहमतां प्रदान हुंदियां ने। ते सतगुरु जी दे कोल चल के दर्शनां दीदारे प्राप्त कर लईए। कोई पता नहीं शरीर विचों कदों जीव आत्मा निकल जे,
ਕਦੋਂ ਇਹ ਸੰਸਾਰ ਦੇ ਵਿੱਚੋਂ ਜਾਣਾ ਪੈ ਜੇ ਕੋਈ ਪਤਾ ਨਹੀਂ। ਉਹ ਸਤਿਗੁਰ ਦੇ ਕੋਲ ਡਗਮਗਾ ਕੇ ਹੌਲੀ ਹੌਲੀ ਤੁਰ ਕੇ ਵਿਰਧ ਅਵਸਥਾ ਸਤਿਗੁਰ ਦੇ ਕੋਲ ਆਇਆ ਤੇ ਦੂਰੋਂ ਆ ਕੇ ਡਿੱਗ ਪਿਆ। ਸਤਿਗੁਰ ਦੇ ਕੋਲ ਨਜ਼ਦੀਕ ਨਹੀਂ ਪਹੁੰਚੇਗਾ, ਕਿਉਂਕਿ ਸਰੀਰ ਵਿਰਧ ਅਵਸਥਾ ਹੋਣ ਕਾਰਨ ਕਰਕੇ ਸਾਥ ਨਹੀਂ ਜੇ ਦੇ ਰਿਹਾ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਨਜ਼ਦੀਕ ਉਠਾ ਕੇ ਉਹਨੂੰ ਕੋਲੇ ਬਿਠਾ ਲਿਆ। ਫਿਰ ਸਭਾ ਦੇ ਵਿੱਚ ਲਿਆ ਕੇ ਆਪਣੇ ਪਾਸ ਬਿਠਾਇਆ। ਬੜਾ ਆਦਰ ਕਰਕੇ ਮਿੱਠੇ ਬਚਨ ਉਚਾਰਨ ਕੀਤੇ ਨੇ। ਤੇ ਸਤਿਗੁਰੂ ਜੀ ਪੁੱਛਦੇ ਨੇ, ਕਹਿੰਦੇ ਕਿ ਆਪ ਜੀ ਦਾ ਸਰੀਰ ਰਾਜੀ ਬਾਜੀ ਹੈ, ਹਿਰਦੇ ਵਿੱਚ ਪ੍ਰੇਮ ਭਗਤੀ ਦ੍ਰਿੜ ਕੀਤੀ ਹੈ, ਕਾਮ ਕ੍ਰੋਧ ਆਦਿ ਹਿਰਦੇ ਵਿਚਾਰ ਬੇਕਾਰ ਨੇ, ਉਹ ਦੁਖਦਾਇਕ ਦੂਰ ਹੋ ਗਏ ਕਿ ਜਾਂ ਨਹੀਂ। ਉਸਨੇ ਕਾਫੀ ਸਮੇਂ ਬਾਅਦ ਧੀਰਜ ਧਾਰਨ ਕੀਤਾ ਤੇ ਚੰਗੀ ਤਰ੍ਹਾਂ ਸਤਿਗੁਰੂ ਜੀ ਦੇ ਮੁਖ ਦੀ ਆਵਾ ਦੇਖੀ ਹੈ। ਫਿਰ ਹੱਥ ਜੋੜ ਕੇ ਬੋਲਿਆ ਹੈ, ਸਵਾਮੀ ਸਤਿਗੁਰੂ ਜੀ ਸੁਣੋ, ਮੈਂ ਆਪ ਸਭ ਕੁਝ ਜਾਣਦਾ ਹਾਂ ਕਿ ਤੁਸੀਂ ਅੰਤਰਜਾਮੀ ਹੋ, ਤੁਹਾਡੇ ਤੋਂ ਕੁਝ ਲੁਕਿਆ ਛੁਪਿਆ ਨਹੀਂ ਰਹਿ ਸਕਦਾ। ਆਪ ਜੀ ਦੀ ਜਿਸ ਉੱਪਰ ਕਿਰਪਾ ਹੁੰਦੀ ਹੈ ਨਾ, ਉਹ ਮੂਰਖ ਵੀ ਬੇਕਾਰ ਦੀ ਹਉਮੈ ਗਵਾ ਲੈਂਦਾ। ਉਹ ਮੂਰਖ ਲੋਕ ਵੀ ਚਤੁਰ ਸਿਆਣੇ ਬਣ ਜਾਂਦੇ ਨੇ। ਜਦ ਤੱਕ ਤਨ ਦਾ ਕਹਿੰਦੇ ਹੰਕਾਰ ਜ਼ਿਆਦਾ ਹੋਵੇ ਤਦ ਤੱਕ ਕਾਮ ਕ੍ਰੋਧ ਦੂਰ ਨਹੀਂ ਹੁੰਦਾ। ਇਸ ਦੁਬਦਾ ਨੇ ਬਹੁਤ ਤੰਗ ਕੀਤਾ, ਇਸ ਦੁਬਦਾ ਨੇ ਬਹੁਤ ਘਰ ਤਬਾਹ ਕਰ ਦਿੱਤੇ ਨੇ। ਆਪ ਜੀ ਦੇ ਭਗਤ ਸੌਖੇ ਰਹਿੰਦੇ ਨੇ, ਈਸ਼ਵਰ ਦਾ ਭਾਣਾ ਮੰਨਦੇ ਨੇ ਮਿੱਠਾ ਕਰਕੇ। ਸਤਿਨਾਮ ਨਾਲ ਮਹਾਨ ਲਿਵ ਲੱਗ ਜਾਂਦੀ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਲ ਸੁਰਤੀ ਬਿਰਤੀ ਛੇਤੀ ਦੇਣੇ ਜੁੜ ਜਾਂਦੀ ਹੈ। ਕਹਿੰਦੇ ਜਦ ਤਨ ਹੰਤਾਂ ਨੂੰ ਛੱਡ ਦੇਵੇ ਤਦ ਪਰਮੇਸ਼ਰ ਕਿਰਪਾ ਧਾਰਨ ਕਰਦੇ ਨੇ। ਪਰ ਜੀਵ ਆਪਣੇ ਦੇ ਉਚਿਤ ਹੋ ਜਾਂਦਾ ਹੈ ਤੇ ਪ੍ਰਭੂ ਦੇ ਪ੍ਰੇਮ ਦਾ ਅੰਮ੍ਰਿਤ ਨਿਤ ਪੀਂਦਾ ਹੈ। ਹੁਣ ਸਾਰੇ ਵਿਕਾਰਾਂ ਦਾ ਨਾਸ਼ ਹੋ ਜਾਂਦਾ। ਸਵਾਸ ਸਵਾਸ ਜਪ ਕੇ ਪ੍ਰਭੂ ਨੂੰ ਆਪਣੇ ਪਾਸ ਸਮਝਦਾ। ਜਦ ਪਟਨੇ ਸ਼ਹਿਰ ਵਿੱਚ ਕਹਿੰਦੇ ਤੁਹਾਡਾ ਜਨਮ ਹੋਇਆ ਸੀ, ਤਦ ਕਹਿੰਦੇ ਬ੍ਰਹਮਪੁੱਤਰ ਨਦੀ ਦੇ ਪਾਸ ਮੈਂ ਤੁਹਾਡੇ ਜਨਮ ਬਾਰੇ ਸੁਣਿਆ ਸੀ। ਤਦ ਮੈਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਸ ਸੀ ਤੇ ਉਹਨਾਂ ਸੁੱਖਾਂ ਦੇ ਘਰ ਦੇ ਦਰਸ਼ਨ ਕਰਦਾ ਰਹਿੰਦਾ ਸੀ। ਰਾਜੇ ਦੀ ਵੱਡੀ ਭਾਵਨਾ ਵੇਖ ਕੇ ਉਸ ਨੂੰ ਕਹਿੰਦੇ ਜਿੱਤ ਸਤਿਗੁਰੂ ਜੀ ਦੇਣਾ ਚਾਹੁੰਦੇ ਸਨ। ਆਪ ਜੀ ਦਾ ਕਹਿੰਦੇ ਜਨਮ ਸੁਣ ਕੇ ਬਹੁਤ ਮਨ ਨੂੰ ਆਨੰਦ ਪ੍ਰਾਪਤ ਹੋਇਆ, ਬੜੀ ਖੁਸ਼ੀ ਪ੍ਰਾਪਤ ਹੋਈ ਹੈ। ਉਹਨਾਂ ਉਸ ਸਮੇਂ ਵੇਲੇ ਊਠਾਂ ਵਾਲੇ ਨਗਰ ਬਹੁਤ ਬਜਵਾਏ, ਕਹਿੰਦੇ ਬੰਦੂਕਾਂ ਤੋਪਾਂ ਜਿੰਨੀਆਂ ਵੀ ਲਸ਼ਕਰ ਵਿੱਚ ਸਨ ਸਾਰੀਆਂ ਇੱਕੇ ਵਾਰ ਚਲਾ ਦਿੱਤੀਆਂ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਹਾਡੇ ਜਨਮ ਦੇ ਵਿੱਚ ਇੰਨੀ ਖੁਸ਼ੀ ਪ੍ਰਾਪਤ ਹੋਈ। ਤੁਰੀਆਂ ਰਣ ਸਿੰਘੇ ਡੱਫਾਂ ਢੋਲ ਅਤੇ ਪਟਹੇ ਇਕੱਠੇ ਵੱਜ ਰਹੇ ਸਨ। ਬਹੁਤ ਰੌਲਾ ਪੈ ਰਿਹਾ ਸੀ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਸ ਸਮੇਂ ਮਹਾਨ ਉਤਸਵ ਕੀਤਾ। ਉਸ ਸਮੇਂ ਬਹੁਤ ਮੰਗਤੇ ਇਕੱਠੇ ਹੋ ਕਰਕੇ ਸਤਿਗੁਰੂ ਦੇ ਕੋਲ ਆਏ। ਕੋਈ ਵੀ ਖਾਲੀ ਨਾ ਗਿਆ। ਸਤਿਗੁਰੂ ਜੀ ਸਭ ਨੂੰ ਖੁਸ਼ੀਆਂ ਪ੍ਰਦਾਨ ਪੇ ਕਰ ਰਹੇ ਸਨ। ਸਭ ਨੇ ਧਨ ਪ੍ਰਾਪਤ ਕੀਤਾ। ਰਾਜੇ ਸਾਹਿਤ ਸਾਰੇ ਕਹਿੰਦੇ ਲਸ਼ਕਰ ਵਿੱਚ ਉਤਸ਼ਾਹ ਵੱਧ ਗਿਆ ਤੇ ਸਾਰਿਆਂ ਨੇ ਦਾਨ ਦਿੱਤਾ। ਜਿਵੇਂ ਜਿਵੇਂ ਜਿਸ ਦੇ ਪਾਸ ਸੀ ਤਦ ਮੈਂ ਤੁਹਾਡੇ ਪਿਤਾ ਜੀ ਨੂੰ ਪੁੱਛਿਆ
ਸਾਹਿਬਜ਼ਾਦੇ ਵਿੱਚ ਕੈਸਾ ਭਾਰੀ ਗੁਣ ਹੈ, ਜਿਸ ਦੇ ਜਨਮ ਉੱਪਰ ਬਹੁਤ ਕਹਿੰਦੇ ਆਨੰਦ ਮੰਗਲ ਹੋ ਰਹੇ ਨੇ, ਆਨੰਦ ਪ੍ਰਾਪਤ ਹੋ ਰਹੇ ਨੇ। ਇਸ ਕਰਕੇ ਮੈਂ ਸਾਹਿਬਜ਼ਾਦੇ ਦੇ ਦਰਸ਼ਨ ਕਰਨਾ ਚਾਹੁੰਦਾ। ਤੇ ਉਸ ਵੇਲੇ ਗੁਰੂ ਪਿਆਰਿਓ ਉਹ ਸਾਧੂ ਦੱਸਦਾ ਸਤਿਗੁਰੂ ਜੀ ਦੇ ਕੋਲ ਸਾਰੀ ਵਾਰਤਾ ਇਦਾਂ ਦੀ ਦੱਸੀ। ਜਦੋਂ ਇਹ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਿਰਤਾਂਤ ਉਚਾਰਨ ਕੀਤਾ, ਕਹਿੰਦੇ ਈਸ਼ਵਰ ਦੀ ਆਗਿਆ ਨਾਲ ਅਵਤਾਰ ਹੋਇਆ, ਪ੍ਰਤੀ ਰੋਮ ਰੋਮ ਵਿਸ਼ਨੂੰ ਮਹੇਸ਼ ਤੇ ਕਿਰਪਾਲ ਕਰਤਾ ਪੁਰਖ ਵਿਸ਼ੇਸ਼ ਹੈ। ਅਸੀਂ ਯੋਗ ਸਾਧਨਾ ਬਹੁਤ ਵਿਧੀਆਂ ਨਾਲ ਕਹਿੰਦੇ ਸਾਧੀ ਤੇ ਇਸ ਪ੍ਰਕਾਰ ਧਿਆਨ ਧਾਰ ਕੇ ਪ੍ਰਭੂ ਦੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਆਰਾਧਨਾ ਕੀਤੀ। ਪ੍ਰਭੂ ਨੇ ਪ੍ਰਸੰਨ ਹੋ ਕੇ ਕਹਿੰਦੇ ਪੁਰਸ਼ ਭੇਜਿਆ। ਬਹੁਤ ਦੇਰ ਬਾਅਦ ਇੱਕ ਪੁੱਤਰ ਪ੍ਰਾਪਤ ਹੋਇਆ। ਸਾਡੀ ਪਿਛਲੀ ਉਮਰ ਕਹਿੰਦੇ ਵਿੱਚ ਅਵਤਾਰ ਧਾਰਿਆ ਸੀ 40 ਸਾਲ ਤੋਂ ਸਾਡੀ ਉਮਰ ਵੱਡੀ ਹੋ ਗਈ। ਇੱਕ ਬਲਵਾਨ ਪੁਰਖ ਨੇ ਸਾਡੇ ਘਰ ਅਵਤਾਰ ਲਿਆ ਤੇ ਇਹ ਕਹਿੰਦੇ ਬਹੁਤ ਵੱਡੇ ਵੱਡੇ ਕਾਰਜ ਸਾਰ ਲਵੇਗਾ। ਇਦਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਤੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਚਾਰਨ ਕਰ ਰਹੇ ਸਨ। ਹਿੰਦੂ ਉਸ ਵਕਤ ਹਿੰਦ ਪਣੇ ਦੀ ਇਹ ਲਾਜ ਰੱਖੇਗਾ, ਤੁਰਕਾਂ ਦਾ ਰਾਜ ਸਮਾਜ ਖਤਮ ਕਰ ਦੇਵੇਗਾ, ਤੀਸਰਾ ਪੰਥ ਹੀ ਪ੍ਰਗਟ ਕਰ ਦੇਵੇਗਾ, ਸੰਤਾਂ ਨੂੰ ਬਚਾ ਕੇ ਦੁਸ਼ਟਾਂ ਦਾ ਨਾਸ਼ ਕਰ ਦੇਵੇਗਾ। ਇਦਾਂ ਦਾ ਪੁੱਤਰ ਹੋਵੇਗਾ। ਤੁਹਾਡੇ ਬਾਰੇ ਤੁਹਾਡੇ ਪਿਤਾ ਨੇ ਮੈਨੂੰ ਇਦਾਂ ਦੱਸਿਆ। ਪੰਜਾਬ ਦੇਸ਼ ਵਿੱਚ ਜੰਗੀ ਅਖਾੜੇ ਲੱਗੇਗਾ, ਲੱਖਾਂ ਨੂੰ ਮਾਰੇਗਾ, ਵੱਡੇ ਵੱਡੇ ਪਵਾੜੇ ਪੈਣਗੇ, ਤੁਰਕ ਬਾਦਸ਼ਾਹ ਮਾਰ ਕੇ ਫਿਰ ਕਹਿੰਦੇ ਆਖਰੀ ਵਰ ਦੱਖਣ ਦੇਸ਼ ਵੱਲ ਚੱਲਿਆ ਜਾਵੇਗਾ। ਇਹ ਸਾਧੂ ਸੁਣੋ, ਤੇਰੀ ਬਹੁਤ ਲੰਮੀ ਉਮਰ ਹੋਵੇਗੀ, ਦੱਖਣ ਵਾਲੇ ਪਾਸੇ ਕਿਤੇ ਟਿਕ ਜਾਵੋ, ਕਹਿੰਦੇ ਤਦ ਉਹਨਾਂ ਦੇ ਦਰਸ਼ਨ ਪ੍ਰਾਪਤ ਹੋਣਗੇ ਤੁਹਾਨੂੰ ਆਪਣੇ ਆਪ। ਤੁਹਾਡੇ ਪਿਤਾ ਜੀ ਪਾਸੋਂ ਇਹ ਸ਼ੁਭ ਵਚਨ ਸੁਣ ਕੇ ਦਰਸ਼ਨਾਂ ਦੀ ਆਸ ਰੱਖ ਕੇ ਰੋਜ਼ਾਨਾ ਤੁਹਾਡੀ ਉਡੀਕ ਕਰਦਾ ਸਾਂ। ਇਸ ਨਗਰ ਵਿੱਚ ਵਸ ਗਿਆ, ਕਹਿੰਦੇ ਉਡੀਕ ਧਾਰ ਕੇ ਯਾਦ ਕਰਦਾ ਰਿਹਾ, ਕਹਿੰਦੇ ਹੁਣ ਤੁਸੀਂ ਕਿਰਪਾ ਧਾਰ ਕੇ ਆਏ ਹੋ, ਸਾਰੇ ਕਾਰਜ ਆਸਾਨ ਕਰ ਲਏ ਨੇ। ਹੁਣ ਕਹਿੰਦੇ ਆਖਰੀ ਵਾਰ ਇੱਧਰ ਆਏ ਹੋ ਤੁਸੀਂ, ਅਨੇਕ ਪ੍ਰਕਾਰ ਦੇ ਕਹਿੰਦੇ ਜਗਤ ਦੇ ਤਮਾਸ਼ੇ ਵੇਖ ਕੇ ਹੁਣ ਮੇਰੇ ਵਰਗੇ ਦੀ ਆਸ ਪੂਰੀ ਕਰਨ ਵਾਸਤੇ ਆਏ ਹੋ। ਦਰਸ਼ਨ ਕਰਕੇ ਨਿਹਾਲ ਹੋ ਗਿਆ, ਆਪ ਆਪਣਾ ਜਪ ਤਪ ਕਹਿੰਦੇ ਕਰਤਾਰਤ ਹੋਇਆ ਜਾਣਿਆ। ਮੇਰੀ ਇੱਕ ਕਾਮਨਾ ਪੂਰੀ ਕਰ ਦਿਓ ਸਤਿਗੁਰੂ ਜੀ, ਮੈਂ ਤੁਹਾਡੇ ਵਾਸਤੇ ਭੋਜਨ ਤਿਆਰ ਕਰਵਾਵਾਂ। ਸਵੇਰੇ ਸਿੰਘਾਂ ਨੂੰ ਨਾਲ ਲੈ ਕੇ ਭੋਜਨ ਛਕੋ। ਕਹਿੰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਧੂ ਦੇ ਦਿਲ ਦੀ ਭਾਵਨਾ ਵੇਖੀ ਹੈ। ਇਹ ਸਾਧੂ ਦੇ ਸੁਣਦਿਆਂ ਪ੍ਰਸੰਨ ਹੋ ਕੇ ਬਚਨ ਕੀਤੇ। ਸਤਿਗੁਰੂ ਜੀ ਕਹਿਣ ਲੱਗੇ ਤੁਸੀਂ ਸਾਧਨ ਕਰਕੇ ਆਪਣਾ ਪਰਲੋਕ ਕਮਾ ਲਿਆਏ, ਆਪਣੇ ਮਨੁੱਖਾ ਜਨਮ ਨੂੰ ਤੁਸੀਂ ਕਿਰਤਾਰਥ ਕਰ ਲਿਆ। ਕਹਿੰਦੇ ਇਸ ਜਗਤ ਵਿੱਚ ਫਿਰ ਤੁਹਾਡਾ ਫੇਰਾ ਨਹੀਂ ਹੋਵੇਗਾ, ਭਾਵ ਜਨਮ ਮਰਨ ਦੇ ਚੱਕਰਾਂ ਤੋਂ ਤੁਸੀਂ ਰਹਿਤ ਹੋ ਜਾਵੋਗੇ। ਤੁਹਾਡੇ ਤੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਕਿਰਪਾ ਹੋ ਜਾਵੇਗੀ। ਇਹ ਸਮਝ ਲਵੋ ਕਿ ਵਿਕਾਰ ਛੱਡ ਕੇ ਤੁਸੀਂ ਮਨ ਨੂੰ ਉਜਲ ਬਣਾ ਲਿਆ, ਫਿਰ ਸਤਨਾਮ ਦੇ ਰੰਗ ਵਿੱਚ ਪੱਕੀ ਤਰ੍ਹਾਂ ਰੰਗੇ ਗਏ ਹੋ। ਇਹ ਜਿਹੜਾ ਕਹਿੰਦੇ ਬਹੁਤ ਗਾੜਾ ਰੰਗ ਹੈ, ਕਹਿੰਦੇ ਫਿਰ ਉਤਰੇਗਾ ਨਹੀਂ, ਇਹ ਪੁਰਾਣਾ ਵੀ ਨਹੀਂ ਹੋਵੇਗਾ, ਦਿਨ ਪ੍ਰਤੀ ਦਿਨ ਵਧੇਗਾ। ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਕਿਰਪਾ ਰਹਿਮਤ ਵਰਤੇਗੀ, ਜਿਸ ਨੇ ਆਪਣੇ ਪ੍ਰੇਮ ਨਾਲ ਪ੍ਰਭੂ ਨੂੰ ਵਾਸ ਕਰ ਲਿਆ। ਕਹਿੰਦੇ ਉਸ ਦਾ ਕਿਹਾ ਹੋਇਆ ਅਸੀਂ ਕਿਉਂ ਮਨਾ ਕਰਾਂਗੇ, ਇਸ ਕਰਕੇ ਅਸੀਂ ਸਦਾ ਤੁਹਾਡੀ ਆਗਿਆ ਅਨੁਸਾਰ ਹਾਂ। ਤੁਹਾਡੇ ਘਰ ਅੰਦਰ ਅਸੀਂ ਕਿਉਂ ਨਹੀਂ ਆਵਾਂਗੇ। ਇਸ ਪ੍ਰਕਾਰ ਬਚਨ ਕਹਿ ਕੇ ਸੁਣ ਕੇ
ਸੰਤ ਹਿਰਦੇ ਵਿੱਚ ਆਨੰਦ ਧਾਰ ਕੇ ਚਲਾ ਗਿਆ। ਘਰ ਵਿੱਚ ਜਾ ਕੇ ਤੁਰੰਤ ਤਿਆਰੀ ਕੀਤੀ। ਭੋਜਨ ਤਿਆਰ ਕਰਨ ਵਾਸਤੇ ਕਈ ਪ੍ਰਕਾਰ ਦੀਆਂ ਸਮੱਗਰੀਆਂ ਮੰਗਵਾਈਆਂ ਗਈਆਂ। ਬਹੁਤ ਕਹਿੰਦੇ ਚਤੁਰ ਲਾਂਗਰੀ ਭੋਜਨ ਤਿਆਰ ਕਰਨ ਲੱਗ ਪਏ ਨੇ। ਖੱਟੇ ਮਿੱਠੇ ਲੂਣੇ ਸਵਾਦੀ ਅਨੇਕ ਤਰ੍ਹਾਂ ਦੇ ਭੋਜਨ ਤਿਆਰ ਕਰਵਾਏ ਗਏ। ਦਹੀਂ ਦੁੱਧ ਕਈ ਪ੍ਰਕਾਰ ਦੇ ਮਿੱਠੇ ਭੋਜਨ ਤਿਆਰ ਕੀਤੇ ਗਏ ਨੇ। ਖਟਿਆਈ ਸਹਿਤ ਬਹੁਤ ਭੋਜਨ ਤਿਆਰ ਕੀਤੇ ਗਏ। ਇਹ ਕਹਿ ਲੋ ਕਿ 36 ਪ੍ਰਕਾਰ ਦੇ ਭੋਜਨਾਂ ਦੀ ਉਸ ਵਕਤ ਤਿਆਰੀ ਕੀਤੀ ਗਈ। ਸਬਜ਼ੀਆਂ ਆਦਿ ਵਿੱਚ ਬਹੁਤ ਪ੍ਰਕਾਰ ਦੇ ਮਸਾਲੇ ਪਾਏ ਗਏ। ਸਾਰੇ ਭੋਜਨ ਬਹੁਤ ਸਵਾਦੀ ਸੁਗੰਧਿਤ ਅਤੇ ਬਹੁਤ ਰਸਾਂ ਵਾਲੇ ਸਨ। ਜਦ ਕਹਿੰਦੇ ਇੱਕ ਪਹਿਰ ਦਿਨ ਚਲਾ ਗਿਆ ਤਾਂ ਸਾਧੂ ਗੁਰੂ ਜੀ ਨੂੰ ਬੁਲਾਉਣ ਵਾਸਤੇ ਚੱਲ ਪਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਕੇ ਜਲ ਪਾਣੀ ਪ੍ਰਸ਼ਾਦਾ ਪਾਣੀ ਛਕਣ ਤਿਆਰ ਹੈ। ਸਭ ਬੰਦਨਾ ਕਰਕੇ ਸਤਿਗੁਰੂ ਜੀ ਨੂੰ ਘੋੜੇ ਉੱਪਰ ਚੜਾ ਲਿਆ। ਨਾਲ ਸਾਰਾ ਕਹਿੰਦੇ ਖਾਲਸਾ ਦਲ ਪਿਆ, ਉਹ ਵੀ ਚੱਲ ਪਏ। ਹੋਰ ਸਾਰੀ ਸਿੱਖ ਸੰਗਤ ਨਾਲ ਚੱਲ ਪਈ। ਸਾਧੂ ਨੇ ਕਾਮਨਾ ਧਾਰ ਕੇ ਸਭ ਨੂੰ ਬੁਲਾਇਆ। ਕਹਿੰਦੇ ਗੁਰੂ ਜੀ ਦੇ ਨਾਲ ਬਹੁਤ ਭੀੜ ਹੋ ਗਈ। ਨਗਰ ਦੇ ਸਾਰੇ ਲੋਕ ਅਤੇ ਸਿੰਘ ਸਾਰੇ ਚੱਲ ਪਏ। ਸਤ ਸੰਗਤ ਦਾ ਵਿਸ਼ਾਲ ਮੇਲ ਹੋਇਆ। ਸਾਰੇ ਇਕੱਠ ਹੋ ਕੇ ਸਾਧੂ ਦੇ ਘਰ ਪਹੁੰਚ ਗਏ। ਕਹਿੰਦੇ ਉਸ ਵੇਲੇ ਵੱਡੀ ਪੱਧਰ ਦੇ ਵਿੱਚ ਜਲ ਪਾਣੀ ਪ੍ਰਸ਼ਾਦਾ ਪਾਣੀ ਤਿਆਰ ਕੀਤਾ। ਸੰਗਤਾਂ ਨੂੰ ਅਨੇਕ ਪ੍ਰਕਾਰ ਦੀਆਂ ਪੰਗਤਾਂ ਬਣਾ ਕੇ ਬਿਠਾਇਆ। ਵਿੱਚ ਵੱਡੀ ਚੌਂਕੀ ਢਵਾ ਦਿੱਤੀ ਗਈ। ਚੌਂਕੀ ਉੱਪਰ ਇੱਕ ਸੁੰਦਰ ਕੱਪੜਾ ਵਿਛਾ ਦੇਣਾ ਕੀਤਾ। ਬੜੇ ਆਦਰ ਸਹਿਤ ਉਸ ਉੱਪਰ ਕਹਿੰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵਿਰਾਜਮਾਨ ਕੀਤਾ। ਤੁਰੰਤ ਇੱਕ ਵੱਡਾ ਥਾਲ ਪਰੋਸਿਆ ਗਿਆ ਬੜੇ ਆਦਰ ਸਤਿਕਾਰ ਦੇ ਨਾਲ, ਜਿਸ ਵਿੱਚ ਕੜਾਹ ਪ੍ਰਸ਼ਾਦ ਆਦਿ ਬਹੁਤ ਰਸੀਲੇ ਭੋਜਨ ਪਕਵਾਨ ਤਿਆਰ ਕਰਕੇ ਪਰੋਸ ਦਿੱਤੇ ਗਏ ਸਨ। ਉਸ ਥਾਲ ਨੂੰ ਲਿਆ ਕੇ ਸਤਿਗੁਰੂ ਜੀ ਦੇ ਅੱਗੇ ਧਰ ਦਿੱਤਾ, ਪਰੋਸ ਦਿੱਤਾ ਤੇ ਠੰਡਾ ਅਤੇ ਸੁਗੰਧਿਤ ਜਲ ਪਾਣੀ ਦਿੱਤਾ ਸਤਿਗੁਰੂ ਜੀ ਨੂੰ। ਸਾਰੀਆਂ ਪੰਗਤੀਆਂ ਨੂੰ ਮਨੁੱਖ ਵੇਖ ਰਹੇ ਸਨ ਤੇ ਤੁਰੰਤ ਭੋਜਨ ਪਰੋਸ ਦਿੱਤਾ। ਫਿਰ ਕਹਿੰਦੇ ਸਾਰੇ ਗਰਾਈਆਂ ਮੁਖ ਵਿੱਚ ਪਾ ਕੇ ਛਕਣ ਲੱਗ ਪਏ ਤੇ ਨਾਲ ਦੀ ਨਾਲ ਆਨੰਦ ਪ੍ਰਾਪਤ ਹੋਣੇ ਸ਼ੁਰੂ ਹੋ ਗਏ। ਸਤਿਗੁਰੂ ਦੀ ਸਵਾਦੀ ਭੋਜਨ ਛਕ ਕੇ ਦਰਪਤ ਹੋ ਗਏ। ਤਿੰਨ ਉਸ ਵਕਤ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਹੋਈ। ਸਤਿਗੁਰ ਦੇ ਨਜ਼ਦੀਕ ਤਿੰਨਾਂ ਸਿੱਖਾਂ ਨੇ ਨਜ਼ਦੀਕ ਖਲੋ ਕੇ ਸਤਿਗੁਰੂ ਜੀ ਨੂੰ ਬੜੇ ਆਦਰ ਦੇ ਨਾਲ ਜਲ ਪਾਣੀ ਪ੍ਰਸ਼ਾਦਾ ਪਾਣੀ ਛਕਾਉਣਾ ਸ਼ੁਰੂ ਕਰ ਦਿੱਤਾ। ਅਨੇਕ ਪ੍ਰਕਾਰ ਦੇ ਭੋਜਨਾਂ ਦੀ ਬਹੁਤ ਸ਼ਲਾਘਾ ਕੀਤੀ। ਬਹੁਤ ਸਵਾਦੀ ਭੋਜਨ ਨੇ ਛਕ ਕੇ ਸਾਰੇ ਤ੍ਰਿਪਤ ਹੋ ਗਏ। ਨਗਰ ਦੇ ਲੋਕ ਕਹਿੰਦੇ ਸਨ ਪਹਿਲਾਂ ਕਈ ਵਾਰ ਕਹਿੰਦੇ ਭੋਜਨ ਛਕੇ, ਪਰ ਉਹ ਇੰਨੇ ਸਵਾਦੀ ਨਹੀਂ ਸੀ ਜਿੰਨੇ ਅੱਜ ਹੈ, ਜਿੰਨਾ ਅੱਜ ਸਵਾਦੀ ਭੋਜਨ ਹੈ। ਧੰਨ ਸਾਧ ਹੈ ਜਿਸ ਨੇ ਇਸ ਪ੍ਰਕਾਰ ਮੇਲ ਕਰਵਾਇਆ। ਬਹੁਤ ਸਵਾਦਾਂ ਨੂੰ ਮੇਲ ਕੇ ਭੋਜਨ ਤਿਆਰ ਕੀਤਾ। ਜਦ ਪ੍ਰਭੂ ਜੀ ਨੇ ਚੂਲਾ ਕਰ ਲਿਆ ਤਾਂ ਸਾਧ ਸਤਿਗੁਰੂ ਜੀ ਪਾਸ ਆਇਆ। ਦੀਨ ਹੋ ਕੇ ਗੁਰੂ ਜੀ ਦੇ ਚਰਨਾਂ ਦੇ ਨਾਲ ਲੱਗ ਗਿਆ। ਚਰਨਾਂ ਤੇ ਢਹਿ ਕੇ ਬੇਨਤੀ ਕੀਤੀ, ਅਰਜ਼ ਕੀਤੀ। ਗੁਰੂ ਜੀ ਨੇ ਜਦ ਉਸ ਉੱਪਰ ਆਪਣੀ ਖੁਸ਼ੀ ਪ੍ਰਦਾਨ ਕੀਤੀ, ਉਸ ਵਿੱਚ ਕਹਿੰਦੇ ਬ੍ਰਹਮ ਗਿਆਨ ਪ੍ਰਗਟ ਹੋ ਗਿਆ। ਸਾਰਾ ਜਹਾਨ ਇੱਕ ਆਤਮਾ ਦਿਖਾਈ ਦਿੱਤਾ। ਸਤਿਗੁਰੂ ਜੀ ਨੇ ਉੱਠ ਕੇ ਆਪਣੇ ਡੇਰੇ ਵਿੱਚ ਆਉਣ ਦਾ ਵਿਚਾਰ ਪ੍ਰਾਪਤ ਕੀਤਾ। ਚਾਲੇ ਪਾਏ, ਕਹਿੰਦੇ ਪਲੰਗ ਉੱਪਰ ਆ ਕੇ ਆਪਣੇ ਡੇਰੇ ਦੇ ਉੱਪਰ ਵਿਰਾਜਮਾਨ ਹੋ ਗਏ। ਗੁਰੂ ਸਾਹਿਬ ਜੀ ਬੈਠ ਕੇ ਸੁਖ ਆਨੰਦ ਪ੍ਰਾਪਤ ਕੀਤਾ। ਏਦਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਿਗੁਰੂ ਜੀ ਨੇ ਫਿਰ ਸਿੱਖਾਂ ਨੂੰ ਵਿਚਾਰ ਕੀਤੀ। ਉਹ ਸਿੱਖੋ,
ਬਈ ਹੁਣ ਇਸ ਲਾਪਤੀ ਨਦੀ ਤੋਂ, ਇਸ ਤਾਪਤੀ ਨਦੀ ਤੋਂ ਅੱਗੇ ਚਾਲੇ ਪਾਏ ਜਾਣ, ਕਿਉਂਕਿ ਅੱਗੇ ਜਿਹੜੇ ਕਾਰਜ ਕਰਨੇ ਨੇ ਬਹੁਤ ਜ਼ਿਆਦਾ ਕਾਰਜ ਹੈ। ਤੇ ਸਤਿਗੁਰੂ ਜੀ ਕਹਿੰਦੇ ਸਾਡੇ ਕੋਲ ਸਮਾਂ ਬਹੁਤ ਥੋੜਾ ਏ, ਪਰ ਹੁਣ ਜਿਵੇਂ ਜਿਵੇਂ ਸਿੱਖ ਸੰਗਤ ਦਾ ਪਿਆਰ ਹੈ, ਦੇਖਦੇ ਭਾਵਨਾ ਦੇਖਦੇ ਆ, ਉਹ ਸਿੱਖ ਸੰਗਤ ਦਾ ਜੀ ਨਹੀਂ ਕਰਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਵਿਛੜਨ ਦਾ। ਹੁਣ ਕਿਹਦਾ ਜੀ ਕਰੇ ਕਿ ਇਦਾਂ ਦੇ ਗੁਰੂ ਸਤਿਗੁਰ ਤੋਂ ਵਿਛੜੀਏ, ਇਦਾਂ ਦੇ ਸਤਿਗੁਰ ਜੀ ਤੋਂ ਇੱਕ ਪਾਸੇ ਹੋਈਏ। ਕੌਣ ਹੈ ਇਦਾਂ ਦਾ? ਭਾਵ ਕੋਈ ਨਹੀਂ। ਜਾਂ ਫਿਰ ਉਹ ਹੋਵੇਗਾ ਜਿਹਦੇ ਮੰਦ ਕਰਮ ਨੇ, ਜਿਹੜੇ ਆਪਣੇ ਕਰਮਾਂ ਦੇ ਵਿੱਚ ਮਾੜੇ ਕਰਮ ਪਏ ਕਰ ਰਹੇ ਨੇ, ਜਿਨ੍ਹਾਂ ਦੇ ਕਰਮ ਸਾਥ ਨਹੀਂ ਦਿੰਦੇ, ਜਿਹੜੇ ਨਰਕਾਂ ਦੇ ਵਿੱਚ ਪੈਣ ਵਾਲੇ ਨੇ, ਉਹ ਮਨੁੱਖ ਨੇ ਜਿਹੜੇ ਸਤਿਗੁਰ ਤੋਂ ਬੇਮੁਖ ਹੋਏ ਬੈਠੇ ਨੇ। ਪਰ ਸੰਸਾਰ ਦੇ ਵਿੱਚ ਜਿਹੜੇ ਮਨੁੱਖ ਦੇ ਸਤਿਗੁਰ ਦੀ ਕਿਰਪਾ, ਉਹ ਕਿਵੇਂ ਸਤਿਗੁਰ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕਰੇ? ਭਾਵ ਨਹੀਂ। ਇਸ ਕਰਕੇ ਸਤਿਗੁਰ ਜੀ ਕਿਰਪਾ ਕਰ ਦਿਓ ਭਲਿਓ, ਫਾਨੀ ਸੰਸਾਰ ਦੇ ਅੰਦਰ ਇਦਾਂ ਦੇ ਗੁਰੂ ਤੋਂ ਵੱਲ ਵੱਲ ਜਾਣਾ ਕਰੀਏ, ਬਲਿਹਾਰੇ ਜਾਣਾ ਕਰੀਏ। ਇਸ ਕਰਕੇ ਹੁਣ ਸਤਿਗੁਰੂ ਜੀ ਨੇ ਵਿਚਾਰ ਕੀਤੇ, ਸਿੱਖੋ ਚਲੋ ਅੱਗੇ ਚਾਲੇ ਪਾਈਏ। ਪਰ ਸਿੱਖਾਂ ਦੇ ਮਨ ਦੇ ਵਿੱਚ ਪਿਆਰ ਹੈ ਸਤਿਗੁਰ ਦੇ ਪ੍ਰਤੀ, ਸਤਿਗੁਰੂ ਜੀ ਤੋਂ ਵਿਛੜਨ ਨੂੰ ਜੀ ਨਹੀਂ ਕਰਦਾ। ਸਤਿਗੁਰੂ ਜੀ ਤੁਸੀਂ ਇੱਥੇ ਹੀ ਰਹੋ ਕਾਫੀ ਸਮਾਂ, ਦਰਸ਼ਨ ਦੀਦਾਰੇ ਪ੍ਰਾਪਤ ਕਰਕੇ ਅੱਖਾਂ ਨੂੰ ਅਜੇ ਜਿਹੜੀ ਭੁੱਖ ਖਤਮ ਨਹੀਂ ਹੋਈ, ਮਨ ਦੀ ਪਿਆਸ ਖਤਮ ਨਹੀਂ ਹੋਈ। ਤੇ ਸਤਿਗੁਰੂ ਜੀ ਉਸ ਵਕਤ ਸਿੱਖਾਂ ਨੂੰ ਸਮਝਾਉਣ ਲੱਗੇ, ਸਿੱਖੋ ਅੱਗੇ ਜਾ ਕੇ ਤੁਹਾਡੇ ਵਰਗੇ ਸਿੱਖ ਹੈ ਪਿਆਰ ਦੇ ਭਾਵਨਾ ਦੇ ਬੱਝੇ ਹੋਏ, ਜਿਨ੍ਹਾਂ ਦੇ ਉੱਤੇ ਕਿਰਪਾ ਰਹਿਮਤ ਵਰਤਣੀ ਹੈ। ਅਜੇ ਤੁਸੀਂ ਆਪਣੀ ਵਿਚਾਰ ਪ੍ਰਾਪਤ ਕਰੋ, ਤੁਹਾਡੇ ਤੇ ਕਿਰਪਾ ਰਹਿਮਤ ਵਰਤੇਗੀ। ਹੋਰ ਅਸੀਂ ਦੱਖਣ ਦੇਸ਼ ਵੱਲ ਜਾ ਕੇ ਨਦੇੜ ਪਹੁੰਚਣਾ, ਆਪਣੀ ਜਗ੍ਹਾ ਦੇ ਚਿੰਨ੍ਹ ਉਸ ਵਕਤ ਦੱਸ ਦੇਣਾ ਕੀਤੇ। ਸਤਿਗੁਰੂ ਜੀ ਕਹਿੰਦੇ ਅਸੀਂ ਉੱਥੇ ਜਾ ਕੇ ਪਹੁੰਚਣਾ, ਤੇ ਮਜਬੂਰਨ ਸਤਿਗੁਰੂ ਜੀ ਨੂੰ ਸਿੱਖਾਂ ਤੋਂ ਉੱਥੇ ਚਾਲੇ ਪਾਉਣ ਦੀ ਵਿਚਾਰ ਕਰਨੀ ਪੈ ਗਈ। ਇਸ ਕਰਕੇ ਆਓ ਅਗਲੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਸਤਿਗੁਰੂ ਜੀ ਕੀ ਕਿਰਪਾ ਕਰਦੇ ਆ, ਰਹਿਮਤ ਕਰਦੇ ਆ, ਕਿਵੇਂ ਕਿਵੇਂ ਜਾ ਕੇ ਅੱਗੇ ਇੱਧਰ ਨਦੇੜ ਦੀ ਧਰਤੀ ਵੱਲ ਸਤਿਗੁਰੂ ਜੀ ਜਾਣਗੇ, ਹਜੂਰ ਸਾਹਿਬ ਵੱਲ ਇੱਧਰ ਕਿਵੇਂ ਜਾਂਦੇ ਆ, ਕੀ ਬਖਸ਼ਿਸ਼ਾਂ ਕਰਦੇ ਰਹਿੰਦੀ ਵਿਚਾਰ ਕੱਲ ਨੂੰ ਸਰਵਣ ਕਰਾਂਗੇ। ਆਓ ਅੱਜ ਦੀ ਵਿਚਾਰ ਇੱਥੋਂ ਤੱਕ ਪ੍ਰਵਾਨ ਕਰਨੀ, ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਦੇ ਨੇ।